ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਅੰਮ੍ਰਿਤ ਸੀਨੀਅਰ ਸੈਕੰਡਰੀ ਸਕੂਲ ਦੇ ਆਨਲਾਈਨ ਸਟੱਡੀ ਦੇ YouTube ਚੈਨਲ 'ਤੇ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੀਆਂ ਕਹਾਣੀਆਂ ਧਿਆਨ ਨਾਲ ਸੁਣ ਕੇ ਆਪਣਾ ਆਨਲਾਈਨ ਸਟੱਡੀ ਦਾ ਕੰਮ ਵੀ ਕਰ ਰਹੇ ਹੋਵੋਗੇ। ਅੱਜ ਅਸੀਂ ਆਪਣੀ 8ਵੀਂ ਸ਼੍ਰੇਣੀ ਦੀ ਪਾਠ ਪੁਸਤਕ ਦੂਜੀ ਭਾਸ਼ਾ ਦਾ ਪਾਠ ਨੰਬਰ 8, ਜਿਸ ਦਾ ਸਿਰਲੇਖ ਹੈ ਗੋਦੜੀ ਦਾ ਲਾਲ ਜੋਗਰਾਜ ਦੇ ਜੀਵਨ ਬਾਰੇ ਪੜ੍ਹਨ ਜਾ ਰਹੇ ਹਾਂ, ਜੋ ਕਿ ਅਮਰੀਕ ਸਿੰਘ ਦਿਆਲ ਜੀ ਦਾ ਲਿਖਿਆ ਹੋਇਆ ਹੈ। ਅੱਜ ਅਸੀਂ ਇਸ ਦਾ ਪੰਨਾ ਨੰਬਰ 31 ਅਤੇ 32 ਪੜ੍ਹਾਂਗੇ। ਪਾਠ ਸ਼ੁਰੂ ਕਰਨ ਤੋਂ ਪਹਿਲਾਂ ਆਓ ਅਸੀਂ ਜੋ ਪਾਠ ਵਿੱਚ ਪੜ੍ਹਨ ਜਾ ਰਹੇ ਹਾਂ, ਪਹਿਲਾਂ ਉਸ 'ਤੇ ਚਾਨਣਾ ਪਾਈਏ। ਇਹ ਇੱਕ ਐਸੇ ਨੌਜਵਾਨ ਦੇ ਜੀਵਨ ਦੀ ਕਹਾਣੀ ਹੈ ਜਿਸ ਨੇ ਆਪਣੇ ਜੀਵਨ ਵਿੱਚ ਇੰਨੀ ਗਰੀਬੀ ਹੋਣ ਦੇ ਬਾਵਜੂਦ ਆਪਣੇ ਜੀਵਨ ਵਿੱਚ ਵਿਦਿਆ ਨਾਲ ਅੱਗੇ ਵਧਣ ਦਾ ਟੀਚਾ ਮਿੱਥਿਆ ਸੀ, ਪਰ ਉਸ ਨੂੰ ਆਪਣੇ ਪੜ੍ਹਾਈ ਦੌਰਾਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਅਖੀਰ ਵਿੱਚ ਉਹ ਚੰਗੇ ਨੰਬਰ ਪ੍ਰਾਪਤ ਕਰਕੇ ਆਪਣੀ ਮਿਹਨਤ ਸਦਕਾ ਕਾਮਯਾਬੀ ਹਾਸਲ ਕੀਤੀ। ਆਓ ਹੁਣ ਅਸੀਂ ਪੰਨਾ ਨੰਬਰ 31 ਤੇ ਜੋਗਰਾਜ ਦੇ ਜੀਵਨ ਬਾਰੇ ਪੜ੍ਹੀਏ। ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ 10 ਕਿਲੋਮੀਟਰ ਦੂਰ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸੇ ਪਛੜੇ ਇਲਾਕੇ ਬੀਤ ਦਾ ਇੱਕ ਛੋਟਾ ਜਿਹਾ ਪਿੰਡ ਹੈ ਮੈਰਾ। 4 ਦਹਾਕੇ ਪਹਿਲਾਂ ਇਸ ਪਿੰਡ ਵਿੱਚ ਗਰੀਬੀ ਦੀ ਮਾਰ ਚੱਲ ਰਿਹਾ ਇੱਕ ਬਾਲਕ ਹਾਲੇ 5 ਸਾਲ ਦਾ ਸੀ। ਸੂਰਜ ਛਿਪਣ ਤੋਂ ਬਾਅਦ ਹਨੇਰਾ ਹੋ ਰਿਹਾ ਸੀ। ਉਹ ਘਰ ਵਿੱਚ ਮਿੱਟੀ ਦੇ ਤੇਲ ਦਾ ਦੀਵਾ ਬਾਲ ਕੇ ਦੀਵਟ 'ਤੇ ਟਿਕਾ ਰਿਹਾ ਸੀ। ਸਿਰ ਅਤੇ ਮੂੰਹ ਉੱਤੇ ਬੰਨ੍ਹਿਆ ਮਫਲਰ ਦੀਵੇ ਦੀ ਲਾਟ ਨਾਲ ਲੱਗ ਕੇ ਮੱਚ ਉੱਠਿਆ ਜਲ ਉੱਠਿਆ। ਇਸ ਬਾਲਕ ਦਾ ਮੂੰਹ ਅਤੇ ਸਿਰ ਅੱਗ ਦੀ ਲਪੇਟ ਵਿੱਚ ਆ ਗਏ। ਹਸਪਤਾਲ ਪਹੁੰਚਣ ਤੱਕ 40% ਚਿਹਰਾ ਅਤੇ ਸਿਰ ਦੇ ਵਾਲ ਜਲ ਚੁੱਕੇ ਸਨ। ਅੱਖਾਂ ਦੀ ਰੋਸ਼ਨੀ ਵੀ ਪ੍ਰਭਾਵਿਤ ਹੋ ਗਈ। ਇਹ ਬਾਲਕ ਜੋਗਰਾਜ ਸੀ, ਜਿਸ ਨੇ ਗਰੀਬੀ ਭਰੇ ਜੀਵਨ ਵਿੱਚ ਪਹਾੜ ਜਿੱਡੀਆਂ ਔਕੜਾਂ ਦਾ ਸਾਹਮਣਾ ਕਰਦਿਆਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਵਕਾਰੀ ਪ੍ਰੀਖਿਆ ਪਾਸ ਕਰਕੇ ਆਪਣੀ ਮਿਥੀ ਹੋਈ ਮੰਜ਼ਿਲ ਸਰ ਕੀਤੀ ਹੈ। ਪਿਆਰੇ ਵਿਦਿਆਰਥੀਓ, ਆਓ ਇਸ ਨੂੰ ਅਸੀਂ ਵਿਸਥਾਰ ਨਾਲ ਸਮਝੀਏ ਕਿ ਇਹ ਇੱਕ ਐਸੇ ਸ਼ਖਸ ਦੇ ਜੀਵਨ ਦੀ ਕਹਾਣੀ ਹੈ ਜਿਸ ਨੇ ਬਹੁਤ ਗਰੀਬੀ ਦੀ ਮਾਰ ਝੱਲੀ ਹੈ ਤੇ ਇੱਕ ਦਿਨ ਘਰ ਵਿੱਚ ਚਾਨਣ ਲਈ ਬਾਲੇ ਹਨੇਰੇ ਨੂੰ ਦੂਰ ਕਰਨ ਲਈ ਬਲਦੇ ਦੀਵੇ ਦੀ ਲਾਟ ਰਾਹੀਂ ਉਹ ਘਰ ਦਾ ਚਿਰਾਗ ਹੀ ਉਸ ਦੀ ਅੱਗ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਸ ਦਾ ਚਿਹਰਾ ਅੱਗ ਕਾਰਨ ਬਹੁਤ ਪ੍ਰਭਾਵਿਤ ਹੋ ਗਿਆ। ਪਰ ਇਹ ਬਾਲਕ ਸੀ ਜੋਗਰਾਜ, ਪਰ ਇਸ ਨੇ ਫਿਰ ਵੀ ਆਪਣੇ ਜੀਵਨ ਵਿੱਚ ਹਾਰ ਨਾ ਮੰਨੀ। ਪਿਆਰੇ ਬੱਚਿਓ, ਆਓ ਅੱਗੇ ਅਸੀਂ ਸ਼ੁਰੂ ਕਰਦੇ ਹਾਂ। ਜੋਗਰਾਜ ਦਾ ਜਨਮ 15 ਮਈ 1970 ਨੂੰ ਪਿਤਾ ਸ਼੍ਰੀ ਸਰਵੰਸ ਕੁਮਾਰ ਦੇ ਘਰ ਮਾਤਾ ਸ਼੍ਰੀਮਤੀ ਜੀਤੋ ਦੀ ਕੁੱਖੋਂ ਹੋਇਆ। ਮੁੱਢਲੀ ਸਿੱਖਿਆ ਪ੍ਰਾਪਤ ਕਰਨ ਲਈ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਇਆ। ਇਸ ਸਕੂਲ ਵਿੱਚ ਮਾਸਟਰ ਜੋਗਿੰਦਰ ਸਿੰਘ ਨੇ ਉਂਗਲੀ ਫੜ ਕੇ ਉਸ ਨੂੰ ਮੰਜ਼ਿਲ ਵੱਲ ਤੋਰਿਆ। ਉਹਨਾਂ ਜੋਗਰਾਜ ਦੀ ਲਿਖਾਈ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਪਹਾੜੀਆਂ ਅਤੇ ਗਣਿਤ ਵਿਸ਼ੇ ਵਿੱਚ ਉਸ ਨੂੰ ਨਿਪੁੰਨ ਬਣਾਇਆ। ਅੱਗੇ ਪੜ੍ਹਨ ਤੋਂ ਪਹਿਲਾਂ ਆਓ ਇਸ ਨੂੰ ਜਾਣ ਲਈਏ ਕਿ ਜੋਗਰਾਜ ਦਾ ਜਨਮ 1970 ਵਿੱਚ ਹੋਇਆ ਤੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਉਸਨੇ ਪੜ੍ਹਾਈ ਕੀਤੀ
ਤੇ ਉਸਦੇ ਮਾਸਟਰ ਜੋਗਿੰਦਰ ਸਿੰਘ ਨੇ ਉਸ ਨੂੰ ਅੱਗੇ ਵਧਣ ਲਈ ਉਸ ਦੀ ਜ਼ਿੰਦਗੀ ਵਿੱਚ ਭਰਪੂਰ ਯੋਗਦਾਨ ਦਿੱਤਾ ਸੀ। ਆਓ ਅੱਗੇ ਸ਼ੁਰੂ ਕਰਦੇ ਹਾਂ ਕਿ 5ਵੀਂ ਜਮਾਤ ਪਾਸ ਕਰਨ ਉਪਰੰਤ ਸਰਕਾਰੀ ਮਿਡਲ ਸਕੂਲ ਪੰਡੋਰੀ ਬੀਤ ਵਿਖੇ ਦਾਖਲਾ ਲਿਆ। ਬਾਕੀ ਸਹਿਪਾਠੀਆਂ ਨਾਲੋਂ ਕੱਦ ਮੱਧਰਾ ਅਤੇ ਜੁੱਸਾ ਕਮਜ਼ੋਰ ਸੀ। ਜੁੱਸਾ ਸਰੀਰ। ਸਵੇਰ ਦੀ ਸਭਾ ਮੌਕੇ ਮੋਹਰਲੀਆਂ ਕਤਾਰਾਂ ਵਿੱਚ ਖੜਨਾ ਪੈਂਦਾ ਸੀ। ਸਕੂਲ ਦੇ ਬੱਚੇ ਵੱਖ-ਵੱਖ ਨਾਮ ਲੈ ਕੇ ਚਿੜਾਉਂਦੇ ਸਨ, ਪਰ ਯੋਗਰਾਜ ਆਪਣੀ ਧੁਨ ਵਿੱਚ ਮਗਨ ਰਹਿੰਦਾ। ਨਜ਼ਰ ਘੱਟ ਹੋਣ ਕਾਰਨ ਬਲੈਕ ਬੋਰਡ 'ਤੇ ਲਿਖਿਆ ਸਾਫ਼ ਦਿਖਾਈ ਨਹੀਂ ਸੀ ਦਿੰਦਾ। ਇਸ ਸਮੱਸਿਆ ਨੂੰ ਕਿਸੇ ਨੇ ਨਹੀਂ ਗੋਲਿਆ। ਆਪਣੇ ਨਾਲ ਵਾਲੇ ਤੱਪੜ ਉੱਤੇ ਬੈਠਦੇ ਸਾਥੀਆਂ ਦੀਆਂ ਕਾਪੀਆਂ ਤੋਂ ਉਤਾਰਾ ਕਰਕੇ ਲਿਖ ਲੈਂਦਾ। ਪਿਆਰੇ ਵਿਦਿਆਰਥੀਓ, ਜਦੋਂ ਤੁਹਾਡੇ ਮਨ ਵਿੱਚ ਜ਼ਿੰਦਗੀ ਵਿੱਚ ਕੁਝ ਕਰ ਗੁਜ਼ਰਨ ਦੀ ਚਾਹਤ ਹੋਵੇ ਤਾਂ ਤੁਹਾਨੂੰ ਕੋਈ ਵੀ ਰੁਕਾਵਟ ਨਹੀਂ ਰੋਕ ਸਕਦੀ। ਐਸਾ ਹੀ ਯੋਗਰਾਜ ਦੀ ਜ਼ਿੰਦਗੀ ਵਿੱਚ ਸੀ। ਉਹ ਆਪਣੇ ਜਮਾਤੀਆਂ ਤੋਂ ਛੋਟੇ ਕੱਦ ਦਾ ਸੀ। ਉਸ ਨੂੰ ਬੱਚੇ ਚਿੜਾਉਂਦੇ ਸਨ। ਉਸ ਦੀ ਨਜ਼ਰ ਵੀ ਘੱਟ ਸੀ, ਪਰ ਫਿਰ ਵੀ ਉਹ ਪੂਰੀ ਕੋਸ਼ਿਸ਼ ਨਾਲ ਸਭ ਕੁਝ ਆਪਣਾ ਕੰਮ ਕੰਪਲੀਟ ਖਤਮ ਕਰ ਲੈਂਦਾ ਸੀ। ਇਸ ਦੀ ਬਹੁਤ ਵੱਡੀ ਮਿਸਾਲ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਹੈ, ਜੋ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਸਨ। ਇੱਕ ਅਛੂਤ ਜਾਤੀ ਨਾਲ ਸੰਬੰਧਿਤ ਹੋਣ ਕਾਰਨ ਸਕੂਲ ਵਿੱਚ ਉਹਨਾਂ ਨੂੰ ਵੀ ਹਮੇਸ਼ਾ ਬਾਕੀ ਬੱਚਿਆਂ ਤੋਂ ਅਲੱਗ ਬਿਠਾਇਆ ਜਾਂਦਾ ਸੀ। ਉਹਨਾਂ ਨੂੰ ਕਲਾਸ ਦੇ ਅੰਦਰ ਜਾਣ ਦੀ ਵੀ ਆਗਿਆ ਨਹੀਂ ਸੀ। ਉਹਨਾਂ ਨੂੰ ਸਕੂਲ ਵਿੱਚ ਕਿਸੇ ਵੀ ਚੀਜ਼ ਨੂੰ ਛੂਹਣ ਦੀ ਵੀ ਇਜਾਜ਼ਤ ਨਹੀਂ ਸੀ, ਪਰ ਫਿਰ ਵੀ ਉਹ ਆਪਣੀ ਲਗਨ ਮਿਹਨਤ ਸਦਕਾ ਉੱਚੇ ਵਿੱਦਿਆ ਪ੍ਰਾਪਤ ਕਰਕੇ ਉੱਚੇ ਅਹੁਦੇ 'ਤੇ ਪਹੁੰਚੇ। ਜੇਕਰ ਤੁਹਾਡੇ ਮਨ ਵਿੱਚ ਕੁਝ ਬਣਨ ਦੀ ਖੁਆਇਸ਼ ਹੈ, ਕੁਝ ਕਰ ਗੁਜ਼ਰਨ ਦੀ ਖੁਆਇਸ਼ ਹੈ, ਤਾਂ ਤੁਹਾਨੂੰ ਜ਼ਿੰਦਗੀ ਵਿੱਚ ਕੋਈ ਵੀ ਰੁਕਾਵਟ ਰੋਕ ਨਹੀਂ ਸਕਦੀ। ਇਸ ਤਰ੍ਹਾਂ ਹੀ ਕੁਝ ਯੋਗਰਾਜ ਦੀ ਜ਼ਿੰਦਗੀ ਵਿੱਚ ਵੀ ਵਾਪਰਿਆ। ਆਓ ਫਿਰ ਅਗਲਾ ਪੈਰਾ ਸ਼ੁਰੂ ਕਰਦੇ ਹਾਂ ਕਿ ਘਰ ਦੀ ਗਰੀਬੀ ਕਾਰਨ ਯੋਗਰਾਜ ਕਿਤਾਬਾਂ ਵੀ ਨਹੀਂ ਸੀ ਖਰੀਦ ਸਕਦਾ। ਸਰਦੇ ਪੁੱਜਦੇ ਘਰਾਂ ਦੇ ਮੁੰਡੇ ਕਿਤਾਬਾਂ ਤਾਂ ਦੇ ਦਿੰਦੇ, ਪਰ ਬਦਲੇ ਵਿੱਚ ਸਕੂਲ ਤੋਂ ਘਰ ਲਈ ਮਿਲਿਆ ਉਹਨਾਂ ਦਾ ਸਾਰਾ ਕੰਮ ਯੋਗਰਾਜ ਨੂੰ ਕਰਨਾ ਪੈਂਦਾ। ਸਾਰੇ ਵਿਸ਼ਿਆਂ ਦਾ ਦੁੱਗਣਾ ਕੰਮ ਕਰਨਾ ਯੋਗਰਾਜ ਨੂੰ ਬੜਾ ਰਾਸ ਆਇਆ। ਨਾਲੋਂ ਨਾਲ ਦੁਹਰਾਈ ਹੁੰਦੀ ਰਹੀ। ਇਸੇ ਸਕੂਲ ਤੋਂ ਅਪਗ੍ਰੇਡ ਹੋਣ ਉਪਰੰਤ 10ਵੀਂ ਜਮਾਤ 1986 ਵਿੱਚ ਪਾਸ ਕੀਤੀ। ਸਕੂਲ ਦੇ ਹੈੱਡ ਮਾਸਟਰ ਸ਼੍ਰੀ ਜੋਗਿੰਦਰ ਸਿੰਘ ਜੀ ਉਸ ਵੇਲੇ ਅੰਗਰੇਜ਼ੀ ਪੜ੍ਹਾਉਂਦੇ ਸਨ। ਯੋਗਰਾਜ ਮੰਨਦਾ ਹੈ ਕਿ ਅੰਗਰੇਜ਼ੀ ਵਿਸ਼ੇ ਵਿੱਚ ਪਰਿਪੱਕਤਾ ਉਹਨਾਂ ਨੂੰ ਹੈੱਡ ਮਾਸਟਰ ਜੋਗਿੰਦਰ ਸਿੰਘ ਕਰਕੇ ਹੀ ਆਈ। 10ਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਯੋਗਰਾਜ ਦਾ 2 ਕੱਚੇ ਕੋਠਿਆਂ ਵਾਲਾ ਘਰ ਹੋਇਆ ਕਰਦਾ ਸੀ। ਮੰਜੀ ਦੇ ਪਾਵੇ ਉੱਤੇ ਧਰਿਆ ਮਿੱਟੀ ਦੇ ਤੇਲ ਵਾਲਾ ਦੀਵਾ ਸਾਰੀ ਰਾਤ ਜਗਦਾ ਰਹਿੰਦਾ। ਇੱਕ ਦਿਨ ਅੱਧੀ ਰਾਤ ਵੇਲੇ ਪੜ੍ਹਦੇ ਪੜ੍ਹਦੇ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਨੀਂਦ ਆ ਗਈ। ਮੰਜੀ 'ਤੇ ਪਈਆਂ ਕਿਤਾਬਾਂ ਅੱਗ ਦੀ ਲਪੇਟ ਵਿੱਚ ਆ ਗਈਆਂ। ਕਿਸੇ ਨੇਕ ਦਿਲ ਅਧਿਆਪਕ ਨੇ ਦੁਬਾਰਾ ਖਰੀਦ ਕੇ ਦਿੱਤੀਆਂ। ਅੱਗੇ ਪੜ੍ਹਨ ਤੋਂ ਪਹਿਲਾਂ ਆਓ ਇਸ ਨੂੰ ਅਸੀਂ ਪੂਰੇ ਵਿਸਥਾਰ ਨਾਲ ਸਮਝੀਏ ਕਿ ਯੋਗਰਾਜ ਦੀ ਜ਼ਿੰਦਗੀ ਵਿੱਚ ਉਸ ਦੇ ਸਕੂਲ ਦੇ ਅਧਿਆਪਕਾਂ ਦਾ ਸਭ ਤੋਂ ਵੱਡਾ ਯੋਗਦਾਨ ਸੀ। ਜੇਕਰ ਅੱਜ ਉਸ ਦੀ ਜ਼ਿੰਦਗੀ ਵਿੱਚ ਇਹ ਚੰਗੇ ਅਧਿਆਪਕ ਨਾ ਹੁੰਦੇ ਤਾਂ ਸ਼ਾਇਦ ਉਹ ਜ਼ਿੰਦਗੀ ਵਿੱਚ ਕਦੇ ਅੱਗੇ ਨਾ ਵੱਧ ਸਕਦਾ। ਇੱਕ ਅੰਗਰੇਜ਼ੀ ਲੇਖਕ ਵਿਲੀਅਮ ਏਅਰਜ਼ ਨੇ ਆਪਣੀ ਪੁਸਤਕ ਵਿੱਚ ਲਿਖਿਆ ਸੀ ਕਿ ਅਸਰਦਾਰ ਸਿੱਖਿਆ ਦੇਣ ਲਈ ਸਮਝਦਾਰ, ਕਦਰਦਾਨ ਅਤੇ ਮਿਹਨਤੀ ਟੀਚਰਾਂ ਦੀ ਜ਼ਰੂਰਤ ਹੈ। ਚੰਗੀ ਸਿੱਖਿਆ ਦੇਣ ਲਈ ਖਾਸ ਤਕਨੀਕਾਂ ਜਾਂ ਸਟਾਈਲ ਜਾਂ ਪਲਾਨ ਜ਼ਿਆਦਾ ਜ਼ਰੂਰੀ ਨਹੀਂ ਹਨ। ਇਹੀ ਯੋਗਰਾਜ ਦੀ ਜ਼ਿੰਦਗੀ ਵਿੱਚ ਉਸ ਦੇ ਅਧਿਆਪਕ ਦਾ ਯੋਗਦਾਨ ਸੀ। ਪਿਆਰੇ ਵਿਦਿਆਰਥੀਓ,
आओ अगे पैरा शुरू करते हाँ कि 1986 ਵਿੱਚ 10ਵੀਂ ਦੀ पढ़ाई तो बाद घर की आर्थिक हालत बद तो बदतर हो चुकी सी। अगाह पढ़न की इच्छा सी पर गढ़शंकर तो नेड़े इलाके विच कोई भी हायर सैकेंडरी स्कूल नहीं सी। अगलेरी पढ़ाई का कोई हीला वसीला ना बन सकिया। इस तो बाद जोगराज की जिंदगी का लम्मा संघर्ष शुरू होया। प्यारे विद्यार्थियों कि 10ਵੀਂ ਦੀ पढ़ाई जदों उसने पास कर लई पर घर की गरीबी कारण उसकी पढ़ाई ते इसका बहुत वड्डा असर पिया ते उसकी जिंदगी विच ये संघर्ष लगातार चलता ही रहा। आओ हुण असीं अगला पैरा शुरू करते हाँ कि 1986 ਵਿੱਚ ਫਗਵਾੜਾ नेड़े जगतपुर जट्टां ਦੀ दाणा मंडी ਵਿੱਚ मजदूरी ਦਾ ਕੰਮ शुरू ਕੀਤਾ। इस मंडी ਵਿੱਚ कनक ਅਤੇ ਝੋਨੇ ਦੀ ਛੜਾਈ ਅਤੇ ਭਰਾਈ ਦਾ मौसमी काम ਹੁੰਦਾ ਸੀ। ਗੱਭਰੂ ਹੋਣ ਕਰਕੇ ਮਜ਼ਦੂਰੀ ਚੰਗੀ ਮਿਲ ਜਾਂਦੀ ਸੀ। ਇਸ ਤੋਂ ਬਾਅਦ 3 ਮਹੀਨੇ ਸ਼ੈਲਰਾਂ ਵਿੱਚ ਕੰਮ ਮਿਲ ਜਾਂਦਾ ਸੀ। ਇਹ ਕੰਮ ਉਹ ਲਗਾਤਾਰ 10 ਸਾਲ ਤੱਕ ਕਰਦਾ ਰਿਹਾ। ਇਸ ਕੰਮ ਤੋਂ ਇਲਾਵਾ ਨੇੜਲੀਆਂ ਖੱਡਾਂ ਤੋਂ ਪੱਥਰ ਇਕੱਠੇ ਕਰਨੇ ਅਤੇ ਰੂੜੀ ਕੁੱਟ ਕੇ ਟਰੱਕ ਭਰਨ ਦਾ ਕੰਮ ਕਰ ਰਿਹਾ ਸੀ। ਜਦੋਂ ਇਹ ਕੰਮ ਰੁਕ ਜਾਂਦਾ ਤਾਂ ਜੋਗ ਕਿਤੇ ਨਾ ਕਿਤੇ ਰਾਜ ਠੇਕੇ ਤੇ ਮਜ਼ਦੂਰੀ ਦਾ ਕੰਮ ਲੈ ਲੈਂਦਾ, ਜਿਸ ਨਾਲ 15 ਰੁਪਏ ਦਿਹਾੜੀ ਬਣ ਜਾਂਦੀ। ਮਨ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਪੜ੍ਹਾਈ ਕਰਕੇ ਕੁਝ ਬਣਨ ਦੀ ਇੱਛਾ ਮੌਜੂਦ ਰਹੀ। ਪਿਆਰੇ ਵਿਦਿਆਰਥੀਓ ਕਿ ਜੋਗਰਾਜ ਦੇ ਮਨ ਵਿੱਚ ਪੜ੍ਹਾਈ ਕਰਨ ਦੀ ਇੰਨੀ ਤੀਬਰ ਇੱਛਾ ਸੀ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਕੰਮ ਨੂੰ ਛੋਟਾ ਨਾ ਮੰਨਿਆ ਅਤੇ ਉਸਨੇ ਆਪਣੀ ਪੜ੍ਹਾਈ ਦੀ ਤੀਬਰ ਇੱਛਾ ਨੂੰ ਪੂਰੀ ਕਰਨ ਲਈ ਹਰ ਛੋਟੇ ਤੋਂ ਛੋਟਾ ਕੰਮ ਕੀਤਾ, ਚਾਹੇ ਉਹ ਮਜ਼ਦੂਰੀ ਹੀ ਸੀ, ਕਿਉਂਕਿ ਉਸ ਦੇ ਮਨ ਵਿੱਚ ਜ਼ਿੰਦਗੀ ਵਿੱਚ ਕੁਝ ਨਾ ਕੁਝ ਬਣਨ ਦੀ ਖੁਆਇਸ਼ ਸੀ। ਆਓ ਉਸ ਤੋਂ ਬਾਅਦ ਅੱਗੇ ਪੜ੍ਹਦੇ ਹਾਂ ਕਿ 1988 ਵਿੱਚ ਪ੍ਰਾਈਵੇਟ ਤੌਰ 'ਤੇ 11ਵੀਂ ਜਮਾਤ ਦਾ ਦਾਖਲਾ ਭਰਿਆ। ਜਦੋਂ ਨਤੀਜਾ ਆਇਆ ਤਾਂ ਇੱਕ ਵਿਸ਼ੇ ਦੀ ਕੰਪਾਰਟਮੈਂਟ ਸੀ। ਅਗਲੇ ਸਾਲ 1990 ਵਿੱਚ 12ਵੀਂ ਜਮਾਤ ਪ੍ਰਾਈਵੇਟ ਤੌਰ 'ਤੇ ਪਾਸ ਤਾਂ ਕਰ ਲਈ, ਪਰ 11ਵੀਂ ਪਾਸ ਨਾ ਹੋਣ ਕਾਰਨ ਫਿਰ ਪਿਛਲੀ ਜਮਾਤ ਵਿੱਚ ਵਾਪਸ ਆਉਣਾ ਪਿਆ। 1991 ਵਿੱਚ ਦੁਬਾਰਾ 50% ਅੰਕਾਂ ਨਾਲ 11ਵੀਂ ਪਾਸ ਕੀਤੀ ਅਤੇ ਅਗਲੇ ਸਾਲ 12ਵੀਂ। ਪਿਆਰੇ ਵਿਦਿਆਰਥੀਓ ਜੋਗਰਾਜ ਨੇ 1988 ਵਿੱਚ 11ਵੀਂ ਜਮਾਤ ਦਾ ਦਾਖਲਾ ਭਰਿਆ, ਪਰ ਉਸ ਦੀ ਇੱਕ ਵਿਸ਼ੇ ਵਿੱਚ ਕੰਪਾਰਟਮੈਂਟ ਆ ਗਈ, ਜਿਸ ਕਾਰਨ ਉਸ ਨੂੰ ਫਿਰ ਪਿਛਲੀ ਜਮਾਤ ਵਿੱਚ ਆਉਣਾ ਪਿਆ। ਪਰ ਫਿਰ ਵੀ ਉਸਨੇ ਹਾਰ ਨਾ ਮੰਨੀ ਤੇ 1991 ਵਿੱਚ 50% ਅੰਕ ਪ੍ਰਾਪਤ ਕੀਤੇ ਤੇ 11ਵੀਂ ਫਿਰ ਤੋਂ ਪਾਸ ਕਰਕੇ ਫਿਰ 12ਵੀਂ ਪਾਸ ਕੀਤੀ। ਇਸ ਤਰ੍ਹਾਂ ਜੋਗਰਾਜ ਦਾ ਸੰਘਰਸ਼ ਜ਼ਿੰਦਗੀ ਵਿੱਚ ਲਗਾਤਾਰ ਜਾਰੀ ਰਿਹਾ। ਅੱਜ ਅਸੀਂ ਜੋਗਰਾਜ ਦੀ ਜੀਵਨ ਨਾਲ ਸੰਬੰਧਿਤ ਇਸ ਪਾਠ ਦੇ 2 ਪੰਨੇ ਪੜ੍ਹੇ ਹਨ। ਆਓ ਅਸੀਂ ਹੁਣ ਕੁਝ ਪ੍ਰਸ਼ਨ ਤੁਹਾਨੂੰ ਦਈਏ, ਜਿਨ੍ਹਾਂ ਦਾ ਉੱਤਰ ਤੁਸੀਂ ਆਪਣੀ ਕਾਪੀ 'ਤੇ ਲਿਖਣਾ ਹੈ। ਪ੍ਰਸ਼ਨ ਨੰਬਰ 1, ਗੋਦੜੀ ਦਾ ਲਾਲ ਜੋਗਰਾਜ ਪਾਠ ਦੇ ਲੇਖਕ ਦਾ ਨਾਮ ਦੱਸੋ। ਪ੍ਰਸ਼ਨ ਨੰਬਰ 2, ਭੀਮ ਰਾਓ ਅੰਬੇਦਕਰ ਜੀ ਕੌਣ ਸਨ। ਪ੍ਰਸ਼ਨ ਨੰਬਰ 3, ਘਰ ਦੀ ਗਰੀਬੀ ਕਾਰਨ ਜੋਗਰਾਜ ਕਿਤਾਬਾਂ ਖਰੀਦ ਸਕਦਾ ਸੀ ਕਿ ਨਹੀਂ। ਪ੍ਰਸ਼ਨ ਨੰਬਰ 4, ਜੋਗਰਾਜ ਦੀ ਜ਼ਿੰਦਗੀ ਵਿੱਚ ਉਸ ਦੇ ਕਿਹੜੇ ਵਿਸ਼ੇ ਦੇ ਅਧਿਆਪਕ ਦਾ ਯੋਗਦਾਨ ਸੀ। ਪ੍ਰਸ਼ਨ ਨੰਬਰ 5, ਹਸਪਤਾਲ ਪਹੁੰਚਣ ਤੱਕ ਉਸ ਦਾ ਕਿੰਨੇ ਪ੍ਰਤੀਸ਼ਤ ਚਿਹਰਾ ਜਲ ਗਿਆ ਸੀ। ਉਸ ਤੋਂ ਬਾਅਦ ਸਹੀ ਅਤੇ ਗਲਤ ਅੱਗੇ ਤੁਸੀਂ ਨਿਸ਼ਾਨ ਲਗਾਉਣੇ ਹਨ। ਜ਼ਿੰਦਗੀ ਵਿੱਚ ਸਾਨੂੰ ਮੁਸ਼ਕਲਾਂ ਆਉਣ 'ਤੇ ਘਬਰਾਉਣਾ ਚਾਹੀਦਾ ਹੈ
ਸਹੀ ਹੈ ਜਾਂ ਗਲਤ। ਸਾਡੀ ਜ਼ਿੰਦਗੀ ਵਿੱਚ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ, ਸਹੀ ਹੈ ਜਾਂ ਗਲਤ। ਉਸ ਤੋਂ ਬਾਅਦ ਖਾਲੀ ਸਥਾਨ ਭਰੋ। ਯੋਗਰਾਜ ਨੇ ਡੈਸ਼ ਦੀ ਮਾਰ ਝੱਲੀ, ਗਰੀਬੀ ਦੀ, ਛੂਆਛਾਤ ਦੀ। ਯੋਗਰਾਜ ਨੂੰ 3 ਮਹੀਨੇ ਡੈਸ਼ ਵਿੱਚ ਕੰਮ ਮਿਲ ਜਾਂਦਾ, ਹੋਟਲਾਂ ਵਿੱਚ ਕਿ ਸ਼ੈਲਰਾਂ ਵਿੱਚ। ਸਹੀ ਸ਼ਬਦ ਚੁਣ ਕੇ ਖਾਲੀ ਸਥਾਨ ਵਿੱਚ ਭਰਨਾ ਹੈ। ਧੰਨਵਾਦ। ਤੰਦਰੁਸਤ ਰਹੋ, ਸੁਰੱਖਿਅਤ ਰਹੋ।